ਡਾਕਟਰ ਨਰਿੰਦਰ ਸਿੰਘ ਕਪੂਰ ਦੀਆਂ ਕਹਾਣੀਆਂ, ਘਟਨਾਵਾਂ ਤੇ ਵੇਰਵੇ। ਪਹਿਲਾ ਵੇਰਵਾ। ਮੈਂ ਕਈ ਵਾਰ ਹਾਰਿਆ ਹਾਂ, ਅਣਗਿਣਤ ਵਾਰ ਅਸਫਲ ਹੋਇਆ। ਮੈਂ ਕੁੱਟ ਵੀ ਕਈਆਂ ਤੋਂ ਖਾਧੀ ਹੈ, ਬੇਇੱਜ਼ਤੀ ਵੀ ਅਨੇਕਾਂ ਦੀ ਬਰਦਾਸ਼ਤ ਕੀਤੀ ਹੈ। ਮੇਰੇ ਨਾਲ ਵਧੀਕੀਆਂ ਵੀ ਹੋਈਆਂ, ਧੋਖਾ ਤਾਂ ਕਈ ਵਾਰ ਹੋਇਆ, ਘਾਟੇ ਤਾਂ ਪੈਂਦੇ ਹੀ ਰਹੇ ਹੈ। ਮੇਰਾ ਮਖੌਲ ਵੀ ਉੱਡਿਆ ਹੈ, ਮੇਰੇ 'ਤੇ ਝੂਠੇ ਦੋਸ਼ ਵੀ ਲੱਗੇ ਹੈ, ਮੇਰੇ 'ਤੇ ਮੁਕੱਦਮੇ ਵੀ ਚੱਲੇ ਹੈ। ਕੁਝ ਗਲਤ ਵਾਪਰਨ 'ਤੇ ਮੈਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ। ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਜੇ ਮੈਂ ਅਜੇ ਤੱਕ ਟੁੱਟਿਆ ਨਹੀਂ, ਆਤਮਘਾਤ ਕਰਨ ਬਾਰੇ ਸੋਚਿਆ ਨਹੀਂ, ਤਾਂ ਨਿਰੋਲ ਸਵੈ ਵਿਸ਼ਵਾਸ ਨਾਲ ਕੇਵਲ ਜਾਣਨ ਦੀ ਇਸ ਜਗਿਆਸਾ ਕਾਰਨ ਕਿ ਵੇਖਦਾ ਅੱਗੋਂ ਕੀ ਹੋਏਗਾ। ਅਗਲੀ ਘਟਨਾ। ਮਾਂ ਤੇ ਪਤਨੀ ਦੀ ਸੋਚ ਵਿੱਚ ਅੰਤਰ ਹੁੰਦਾ ਹੈ। ਮਾਂ ਨੂੰ ਪੁੱਤਰ 'ਚ ਕੋਈ ਨੁਕਸ ਨਹੀਂ ਦਿਸਦਾ, ਪਤਨੀ ਨੂੰ ਪਤੀ 'ਚ ਕੋਈ ਗੁਣ ਘੱਟ ਹੀ ਨਜ਼ਰ ਆਉਂਦਾ ਹੈ। ਮਾਂ ਲਈ ਪੁੱਤਰ ਉਹਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਹੈ, ਪਤਨੀ ਲਈ ਸਭ ਤੋਂ ਵੱਡੀ ਸਮੱਸਿਆ ਉਹਦਾ ਪਤੀ ਹੀ ਹੁੰਦਾ ਹੈ। ਇੱਕ ਵਾਰੀ ਘਰ 'ਚ ਇੱਕ ਬੱਲਬ ਬਦਲਣ ਦੀ ਲੋੜ ਪਈ ਤਾਂ ਪਤੀ ਨੇ ਇੱਕ ਸਟੂਲ 'ਤੇ ਚੜ੍ਹ ਕੇ ਬਦਲਣਾ ਚਾਹਿਆ, ਪਰ ਉਹਦਾ ਬੱਲਬ ਤੱਕ ਹੱਥ ਨਾ ਪਹੁੰਚਿਆ। ਪਤਨੀ ਨੇ ਕਿਹਾ, ਤੁਸੀਂ ਮਧਰੇ ਹੋ, ਇਸ ਲਈ ਹੱਥ ਨਹੀਂ ਪਹੁੰਚਿਆ। ਮਾਂ ਨੇ ਕਿਹਾ, ਸਟੂਲ ਨੀਵਾਂ ਹੈ, ਇਸ ਲਈ ਹੱਥ ਨਹੀਂ ਪਹੁੰਚ ਸਕਿਆ। ਅਗਲਾ ਵੇਰਵਾ। ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੇ ਕੋਲ ਡਿਗਰੀ ਕਿਹੜੀ ਸੀ, ਪੁੱਛੇਗਾ ਤੁਹਾਡਾ ਵਿਹਾਰ ਤੇ ਚਰਿੱਤਰ ਕਿਹੋ ਜਿਹਾ ਸੀ। ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੇ ਕੋਲ ਕਾਰ ਕਿਹੜੀ ਸੀ, ਪੁੱਛੇਗਾ ਕਿੰਨੇ ਗੁਆਚਿਆਂ ਤੇ ਭਟਕਿਆਂ ਨੂੰ ਉਹਨਾਂ ਦੇ ਘਰੀਂ ਪਹੁੰਚਾਇਆ। ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੀ ਕੋਠੀ ਕਿੰਨੇ ਕਨਾਲਾਂ ਵਿੱਚ ਸੀ, ਪੁੱਛੇਗਾ ਕਿੰਨਿਆਂ ਦਾ ਤੁਸੀਂ ਖਿੜੇ ਮੱਥੇ ਸਵਾਗਤ ਕੀਤਾ। ਰੱਬ ਇਹ ਨਹੀਂ ਪੁੱਛੇਗਾ ਕਿ ਬੈਂਕ 'ਚ ਪੈਸੇ ਕਿੰਨੇ ਜਮ੍ਹਾਂ ਸਨ ਜਾਂ ਤੁਹਾਡੀ ਆਮਦਨ ਕਿੰਨੀ ਸੀ, ਪੁੱਛੇਗਾ ਕਮਾਈ ਕਿਵੇਂ ਸੀ। ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੀ ਜ਼ਿੰਦਗੀ ਦਾ ਉਦੇਸ਼ ਕੀ ਸੀ, ਪੁੱਛੇਗਾ ਕੀ ਕਰਕੇ ਮੇਰੇ ਕੋਲ ਆਏ ਹੋ। ਅਗਲੀ ਕਹਾਣੀ। ਉਸ ਅਧਿਆਪਕ ਦਾ ਘਰ ਹਸਪਤਾਲ ਦੇ ਸਾਹਮਣੇ ਸੀ। ਮੀਂਹ ਪੈ ਰਿਹਾ ਸੀ। ਇੰਨੇ 'ਚ ਦਰਵਾਜ਼ਾ ਖੜਕਿਆ, ਖੋਲ੍ਹਿਆ। ਮੌਸਮ ਤੇ ਜ਼ਿੰਦਗੀ ਦਾ ਝੁਰੜਿਆ ਇੱਕ ਚਿਹਰਾ ਵਿਖਾਈ ਦਿੱਤਾ। ਜ਼ਿੰਦਗੀ ਦੇ ਬੋਝ ਨਾਲ ਉਹਦਾ ਸਰੀਰ ਝੁਕਿਆ ਹੋਇਆ ਸੀ। ਉਹਨੇ ਝਿਜਕਦਿਆਂ ਪੁੱਛਿਆ, ਮੇਰੀ ਬੱਸ ਲੰਘ ਗਈ ਹੈ, ਜੇ ਆਗਿਆ ਹੋਵੇ ਤਾਂ ਮੈਂ ਇਸ ਵਰਾਂਡੇ 'ਚ ਰਾਤ ਕੱਟ ਲਵਾਂ, ਸਵੇਰੇ ਮੇਰੀ ਬੱਸ ਜਾਂਦੀ ਹੈ। ਉਸ ਅਧਿਆਪਕ ਦਾ ਘਰ ਹਸਪਤਾਲ ਦੇ ਸਾਹਮਣੇ ਹੋਣ ਕਾਰਨ ਅਕਸਰ ਕੋਈ ਨਿਆਸਰਾ ਬੰਦਾ ਆ ਜਾਂਦਾ ਸੀ। ਅਜਿਹੇ ਲੋਕਾਂ ਵਾਸਤੇ ਪਰਿਵਾਰ ਨੇ ਖੁੱਲ੍ਹੀ ਡਿਉਢੀ 'ਚ ਇੱਕ ਤਖਤਪੋਸ਼ ਪੱਕੇ ਤੌਰ 'ਤੇ ਰੱਖਿਆ ਹੋਇਆ ਸੀ। ਇਵੇਂ ਉਸ ਅਧਿਆਪਕ ਨੂੰ ਮਨੁੱਖਤਾ ਤੇ ਇਨਸਾਨੀਅਤ ਦੇ ਵੱਖਰੇ ਵੱਖਰੇ ਰੂਪ ਵੇਖਣ ਨੂੰ ਮਿਲਦੇ ਸਨ। ਉਹ ਆਪ ਵੀ ਅਜਿਹੀ ਪਿਛੋਕੜ 'ਚੋਂ ਉੱਠਿਆ ਸੀ, ਸੋ ਉਹਨੂੰ ਇਹ ਸਭ ਕੁਝ ਸੁਭਾਵਕ ਲੱਗਦਾ ਸੀ। ਉਹਨੇ ਕਿਹਾ, ਆ ਜਾਓ, ਇੱਥੇ ਸੌਂ ਜਾਓ। ਉਹਨੇ ਰਾਤ ਲਈ ਕੁਝ ਕੱਪੜੇ ਵੀ ਦਿੱਤੇ। ਅਜਨਬੀ ਦੀ ਗੱਲ ਵਿੱਚ ਗਰੀਬੀ ਜਾਂ ਬਿਮਾਰੀ ਦਾ ਕੋਈ ਗਿਲਾ ਸ਼ਿਕਵਾ ਨਹੀਂ ਸੀ, ਸਗੋਂ ਜੋ ਕੁਝ ਬਚਿਆ ਹੋਇਆ ਸੀ ਉਸ ਲਈ ਧੰਨਵਾਦ, ਤਸੱਲੀ ਤੇ ਸ਼ੁਕਰਾਨਾ ਸੀ। ਪਲਾਸਟਿਕ ਦੀ ਕੁਰਸੀ ਪਈ ਸੀ। ਉਹਨੇ ਕਿਹਾ, ਮੈਂ ਇੱਥੇ ਹੀ ਸੌਂ ਜਾਵਾਂਗਾ। ਨਹੀਂ, ਤੁਸੀਂ ਠੀਕ ਹੋ ਕੇ ਸੌਂ। ਉਹਦੀ ਲੱਤ ਸੁੱਜੀ ਹੋਈ ਸੀ, ਪਰ ਉਹਨੂੰ ਧਰਵਾਸ ਸੀ ਕਿ ਦਰਦ ਨਹੀਂ ਸੀ ਕਰਦੀ। ਲੱਤ ਸੁੱਜੀ ਹੋਣ ਦੀ ਸ਼ਿਕਾਇਤ ਨਹੀਂ ਸੀ, ਦਰਦ ਨਾ ਹੋਣ ਦਾ ਮਾਣ ਸੀ। ਸਵੇਰੇ ਉੱਠਿਆ, ਉਹਨੇ ਦਰੀ ਤੇ ਚਾਦਰ ਠੱਪੀ ਹੋਈ ਸੀ। ਉਹ ਜਾਣ ਦੀ ਆਗਿਆ ਮੰਗ ਰਿਹਾ ਸੀ। ਉਹ ਮਛੇਰਾ ਸੀ ਤੇ ਆਪਣੀ ਧੀ ਵਾਸਤੇ ਦਵਾਈ ਲੈਣ ਆਇਆ ਸੀ। ਉਹਨੇ ਦੱਸਿਆ ਕਿ ਉਹ 2 ਕੁ ਮਹੀਨੇ ਮਗਰੋਂ ਆਉਂਦਾ ਸੀ। ਅਗਲੀ ਵਾਰ ਆਇਆ, ਵੱਡੀ ਸਾਰੀ ਮੱਛੀ ਲੈ ਕੇ ਆਇਆ। 3 ਘੰਟੇ ਦਾ ਸਫ਼ਰ ਕਰਕੇ ਪਹੁੰਚਿਆ ਸੀ। ਉਹਨੇ ਦੱਸਿਆ, ਮੈਂ ਸਵੇਰੇ ਫੜੀ ਹੈ ਤਾਂ ਕਿ ਤਾਜ਼ੀ ਰਹੇ। ਉਹ ਕਈ ਸਾਲ ਆਉਂਦਾ ਰਿਹਾ। ਉਹ ਹਰ ਵਾਰ ਮੱਛੀ ਜ਼ਰੂਰ ਲੈ ਕੇ ਆਉਂਦਾ। ਫਿਰ ਉਹ ਸਬਜ਼ੀਆਂ ਵੀ ਲਿਆਉਣ ਲੱਗ ਪਿਆ ਸੀ। ਉਸ ਅਧਿਆਪਕ ਦੇ ਬੱਚਿਆਂ ਦਾ ਉਸ ਨਾਲ ਮੋਹ ਪੈ ਗਿਆ ਸੀ। ਉਹ ਦੇਰ ਰਾਤ ਤੱਕ ਉਸ ਨਾਲ ਗੱਲਾਂ ਕਰਨ ਲੱਗ ਪਏ ਸਨ। ਉਹਦਾ ਆਉਣਾ ਬੱਚੇ ਉਡੀਕਣ ਲੱਗ ਪਏ ਸਨ। ਉਹ ਘਰ ਦਾ ਇੱਕ ਜੀਅ ਬਣ ਗਿਆ ਸੀ। ਉਹਦੇ ਝੁਕੇ ਹੋਏ ਸਰੀਰ 'ਚ ਬੜਾ ਸੋਹਣਾ ਅਤੇ ਨਿੱਘਾ ਦਿਲ ਸੀ। ਪਿੱਛੇ ਜੇ ਉਹ ਅਧਿਆਪਕ ਆਪਣੇ ਮਿੱਤਰ ਦੇ ਘਰ ਗਿਆ। ਮਿੱਤਰ ਦੀ ਪਤਨੀ ਨੂੰ ਬਾਗਬਾਨੀ ਦਾ ਸ਼ੌਕ ਸੀ। ਉਹਨੇ ਫੁੱਲਾਂ ਵਾਲੇ ਬੂਟੇ ਵਿਖਾਏ। ਸਭ ਤੋਂ ਸੋਹਣੇ ਫੁੱਲਾਂ ਵਾਲਾ ਬੂਟਾ ਇੱਕ ਪੁਰਾਣੀ ਚਿੱਬ ਵਾਲੀ ਬਾਲਟੀ 'ਚ ਲੱਗਿਆ ਹੋਇਆ ਸੀ। ਮਿੱਤਰ ਦੀ ਪਤਨੀ ਨੇ ਕਿਹਾ,
ਮੈਨੂੰ ਕੀ ਪਤਾ ਸੀ ਇਸ ਪੁਰਾਣੀ ਟੁੱਟੀ ਬਾਲਟੀ 'ਚ ਇੰਨੇ ਸੋਹਣੇ ਫੁੱਲ ਲੱਗਣਗੇ। ਅਧਿਆਪਕ ਨੇ ਸੋਚਿਆ, ਉਹਨੂੰ ਵੀ ਨਹੀਂ ਸੀ ਪਤਾ ਕਿ ਉਸ ਝੁਕੇ ਹੋਏ ਝੁਰੜੇ ਹੋਏ ਸਰੀਰ 'ਚ ਇੰਨਾ ਸੋਹਣਾ ਦਿਲ ਹੋਵੇਗਾ। ਅਗਲੀ ਕਹਾਣੀ। ਇੱਕ ਆਦਮੀ ਨੇ ਬੁਢਾਪੇ ਵਿੱਚ ਪੁੱਤਰਾਂ ਧੀਆਂ ਵੱਲੋਂ ਬਜ਼ੁਰਗਾਂ ਵੱਲ ਯੋਗ ਧਿਆਨ ਨਾ ਦੇਣ ਕਾਰਨ ਉਹਨਾਂ ਦੇ ਦੁੱਖਾਂ ਤਕਲੀਫਾਂ ਦੀਆਂ ਬੜੀਆਂ ਕਹਾਣੀਆਂ ਸੁਣੀਆਂ ਹੋਈਆਂ ਸਨ। ਉਹਦੇ 3 ਪੁੱਤਰ ਸਨ ਜਿਨ੍ਹਾਂ ਦੇ ਆਪਣੇ ਪਰਿਵਾਰ ਸਨ। ਜਦੋਂ ਬਜ਼ੁਰਗ ਦੀ ਪਤਨੀ ਮਰ ਗਈ ਤਾਂ ਉਹਨੇ ਸਾਰਿਆਂ ਨੂੰ ਨੇੜੇ ਬੁਲਾਇਆ। ਕਿਸੇ ਨੂੰ ਕਿਹਾ ਸੋਫਾ ਲੈ ਜਾਏ, ਕਿਸੇ ਨੂੰ ਕਿਹਾ ਫਰਿੱਜ ਲੈ ਜਾਏ। ਪੁੱਤਰਾਂ ਨੇ ਕਿਹਾ ਤੁਸੀਂ ਇਹ ਚੀਜ਼ਾਂ ਰੱਖੋ, ਕੋਈ ਆਇਆ ਗਿਆ ਵਰਤੇਗਾ। ਪਿਤਾ ਨੇ ਕਿਹਾ ਹੁਣ ਇੱਥੇ ਕੋਈ ਨਹੀਂ ਆਏਗਾ, ਕੋਈ ਉੱਥੇ ਹੀ ਆਉਂਦਾ ਹੈ ਜਿੱਥੇ ਉਹਨੂੰ ਖਾਣ ਲਈ ਭੋਜਨ ਤੇ ਸੌਣ ਲਈ ਬਿਸਤਰਾ ਮਿਲੇ। ਹੁਣ ਮੈਂ ਆਪ ਇਹਨਾਂ ਚੀਜ਼ਾਂ ਦਾ ਮੁਹਤਾਜ ਹਾਂ। ਪਰ ਕਿਸੇ ਪੁੱਤਰ ਨੂੰ ਨੇ ਇਹ ਨਾ ਕਿਹਾ ਕਿ ਤੁਸੀਂ ਸਾਡੇ ਕੋਲ ਆ ਜਾਓ। ਜਦੋਂ ਪਿਤਾ ਨੇ ਦੱਸਿਆ ਕਿ ਉਹਨੇ ਵਸੀਅਤ 'ਚ ਲਿਖਿਆ ਹੈ ਕਿ ਉਹਦੀ ਸਾਰੀ ਜਾਇਦਾਦ ਦਾ ਮਾਲਕ ਉਹ ਪੁੱਤਰ ਹੋਏਗਾ ਜਿਸ ਕੋਲ ਰਹਿੰਦਿਆਂ ਉਹ ਮਰੇਗਾ, ਇਹ ਸੁਣ ਕੇ ਸਾਰੇ ਪੁੱਤਰਾਂ 'ਚ ਸੇਵਾ ਭਾਵ ਜਾਗ ਪਿਆ ਤੇ ਸਾਰੀ ਨੂੰਹਾਂ ਨੂੰ ਸਹੁਰੇ ਵਿੱਚੋਂ ਪਿਤਾ ਦਿਸਣ ਲੱਗ ਪਿਆ। ਪੋਤੇ ਪੋਤੀਆਂ ਵੀ ਕਹਿਣ ਲੱਗ ਪਏ, ਦਾਦਾ ਜੀ ਤੁਸੀਂ ਸਾਡੇ ਕੋਲ ਕਿਉਂ ਨਹੀਂ ਆਉਂਦੇ। ਅਗਲੀ ਘਟਨਾ। 5 ਸਾਲ ਦਾ ਇੱਕ ਬੱਚਾ ਟੋਏ 'ਚ ਡਿੱਗ ਪਿਆ ਸੀ। ਟੋਆ ਡੂੰਘਾ ਸੀ। ਭੀੜ ਨੂੰ ਰੋਕਣ ਤੇ ਬੱਚੇ ਨੂੰ ਕੱਢਣ ਲਈ ਪੁਲਿਸ ਬੁਲਾਈ ਗਈ। ਇੱਕ ਪੁਲਿਸ ਅਫਸਰ ਦੀ ਆਤਮਾ ਨੇ ਆਵਾਜ਼ ਮਾਰੀ, ਇਸ ਬੱਚੇ ਨੂੰ ਬਚਾਉਣਾ ਹੈ, ਇਹਨੂੰ ਬਚਾਇਆ ਜਾ ਸਕਦਾ ਹੈ। ਇਹ ਬੱਚਾ ਨਹੀਂ, ਇਹ ਬਚਪਨ ਹੈ। ਇਹ 5 ਸਾਲ ਦੀ ਮਾਨਵ ਜਾਤੀ ਹੈ। ਉਹ ਪੁਲਿਸ ਅਫਸਰ ਨਿਰੰਤਰ ਖੋਦਦਾ ਰਿਹਾ। ਉਹ ਚਿੱਕੜ ਨਾਲ ਲੱਥ-ਪੱਥ ਹੋਇਆ ਪਿਆ ਸੀ। ਲੋਕ ਵੀ ਕਹਿ ਰਹੇ ਸਨ ਕਿ ਇਹ ਬੱਚਾ ਇਸ ਲਈ ਬਚ ਜਾਏਗਾ ਕਿਉਂਕਿ ਇਹ ਇੱਕ ਮਜ਼ਦੂਰ ਦਾ ਪੁੱਤਰ ਹੈ, ਇਹ ਹਿੰਮਤ ਨਹੀਂ ਹਾਰੇਗਾ। ਪੁਲਿਸ ਅਫਸਰ ਦੇ ਯਤਨਾਂ ਨਾਲ ਉਹ ਬੱਚਾ ਬਚਾ ਲਿਆ ਗਿਆ। ਪੁਲਿਸ ਅਫਸਰ ਨੇ ਇਨਸਾਨ ਹੋਣ ਦਾ ਸਬੂਤ ਦਿੱਤਾ ਸੀ। ਉਹਨੇ ਇਨਸਾਨੀਅਤ ਕਮਾ ਲਈ ਸੀ। ਉਹਨੇ ਪੁਲਿਸ ਲਈ ਇੱਜ਼ਤ ਉਪਜਾ ਲਈ ਸੀ। ਅਗਲੀ ਕਹਾਣੀ। ਕਿਸੇ ਕੰਮ ਨੂੰ ਸਿੱਖਣ ਦਾ ਸਹੀ ਢੰਗ ਹੈ, ਉਹ ਕੰਮ ਕਰੋ, ਕਰਨਾ ਆ ਜਾਏਗਾ। ਇੱਕ ਬੱਚੀ ਸਕੇਟਿੰਗ ਹਾਲ 'ਚ ਹੋਰ ਬੱਚਿਆਂ ਵਾਂਗ ਸਕੇਟਿੰਗ ਕਰਨਾ ਚਾਹੁੰਦੀ ਸੀ। ਉਹਨੇ ਸਕੇਟਸ ਪਹਿਨੇ ਹੋਏ ਸਨ, ਪਰ ਮਾਂ ਜਾਣ ਨਹੀਂ ਸੀ ਦੇ ਰਹੀ। ਜਦੋਂ ਕਿ ਬੱਚੀ ਜਾਣਾ ਚਾਹੁੰਦੀ ਸੀ ਤੇ ਉਹ ਵੀ ਹੋਰਾਂ ਵਾਂਗ ਸਕੇਟਿੰਗ ਦੀ ਮੌਜ ਮਾਣਨਾ ਚਾਹੁੰਦੀ ਸੀ। ਜਦੋਂ ਉਹਨੇ ਤੀਜੀ ਚੌਥੀ ਵਾਰ ਜਾਣ ਦੀ ਆਗਿਆ ਮੰਗੀ ਤਾਂ ਵੀ ਮਾਂ ਕਹਿ ਰਹੀ ਸੀ, ਨਹੀਂ 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 ਜਾਣਾ, ਤੂੰ ਡਿੱਗ ਪਏਂਗੀ, ਸੱਟ ਲੱਗ ਜਾਏਗੀ। ਇੰਨੇ 'ਚ ਉਸ ਤੋਂ ਵੀ ਇੱਕ ਛੋਟਾ ਬੱਚਾ ਆਇਆ, ਉਹਦਾ ਹੱਥ ਫੜ ਕੇ ਲੈ ਗਿਆ। ਸਕੇਟਿੰਗ ਕਰਨ ਲੱਗ ਪਈ ਤੇ ਅੱਧੇ ਘੰਟੇ ਮਗਰੋਂ ਉਹ ਮਾਂ ਨੂੰ ਕਹਿ ਰਹੀ ਸੀ, ਆਓ ਮੰਮੀ ਮੈਂ ਤੁਹਾਨੂੰ ਸਕੇਟਿੰਗ ਸਿਖਾਵਾਂ। ਰਾਜਨੀਤਿਕ ਵਿਹਾਰ ਕੀ ਹੁੰਦਾ ਹੈ। ਇੱਕ ਸ਼ੇਰ ਨੇ ਚੀਤੇ ਨੂੰ ਪੁੱਛਿਆ, ਜੰਗਲ ਦਾ ਰਾਜਾ ਕੌਣ ਹੈ। ਹਜ਼ੂਰ ਤੁਸੀਂ ਹੋ, ਹੋਰ ਕੋਈ ਹੋ ਹੀ ਨਹੀਂ ਸਕਦਾ। ਸ਼ੇਰ ਨੇ ਬਾਂਦਰ ਨੂੰ ਪੁੱਛਿਆ, ਜੰਗਲ ਦਾ ਰਾਜਾ ਕੌਣ ਹੈ। ਹਜ਼ੂਰ ਮਹਾਰਾਜ ਤੁਹਾਡੇ ਤੋਂ ਸਿਵਾ ਕੌਣ ਹੋ ਸਕਦਾ ਹੈ। ਸ਼ੇਰ ਨੇ ਹਾਥੀ ਨੂੰ ਪੁੱਛਿਆ, ਜੰਗਲ ਦਾ ਰਾਜਾ ਕੌਣ ਹੈ। ਹਾਥੀ ਨੇ ਆਪਣੀ ਸੁੰਡ ਨਾਲ ਸ਼ੇਰ ਨੂੰ ਲਪੇਟਿਆ ਤੇ ਦਰਖਤ ਨਾਲ ਵਗਾਹ ਮਾਰਿਆ, ਫਿਰ ਚੁੱਕਿਆ ਉੱਪਰ ਵੱਲ ਉਛਾਲ ਦਿੱਤਾ, ਫਿਰ ਚੁੱਕਿਆ ਜ਼ਮੀਨ ਨਾਲ ਪਟਕਾ ਦਿੱਤਾ। ਸ਼ੇਰ ਨੇ ਮਿੱਟੀ ਝਾੜਦਿਆਂ ਕਿਹਾ, ਹਾਥੀ ਜੀ ਜੇ ਜਵਾਬ ਨਹੀਂ ਆਉਂਦਾ ਤਾਂ ਕੋਈ ਗੱਲ ਨਹੀਂ, ਪਰ ਘਰ ਆਏ ਮਹਿਮਾਨ ਨਾਲ ਬਦਸਲੂਕੀ ਤਾਂ ਨਾ ਕਰੋ। ਇਹ ਸ਼ੇਰ ਦਾ ਰਾਜਨੀਤਿਕ ਵਿਹਾਰ ਸੀ। ਅਗਲੀ ਘਟਨਾ। ਪੰਜਾਬ ਦੇ ਇੱਕ ਪ੍ਰਸਿੱਧ ਮੁੱਖ ਮੰਤਰੀ ਨੂੰ ਉਹਦਾ ਬਚਪਨ ਦਾ ਦੋਸਤ ਮਿਲਿਆ। ਉਹਦਾ ਆਪਣੇ ਸ਼ਹਿਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਕੋਈ ਕੰਮ ਸੀ। ਮੁੱਖ ਮੰਤਰੀ ਨੇ ਉਹਨੂੰ ਕਿਹਾ, ਬੁੱਧਵਾਰ ਮੈਂ ਉੱਥੇ ਪਹੁੰਚਣਾ ਹੈ, ਤੂੰ ਉੱਥੇ ਆ ਜਾਈਂ। ਬੁੱਧਵਾਰ ਨੂੰ ਜ਼ਿਲ੍ਹੇ ਦੇ ਸਾਰੇ ਅਫਸਰ ਉੱਥੇ ਹਾਜ਼ਰ ਸਨ। ਮੁੱਖ ਮੰਤਰੀ ਨੇ ਕਾਰ 'ਚ ਉਤਰ ਕੇ ਆਪਣੇ ਬਚਪਨ ਦੇ ਦੋਸਤ ਨੂੰ ਗਲਵੱਕੜੀ ਪਾਈ ਤੇ ਸਾਰਿਆਂ ਨਾਲ ਜਾਣ ਪਛਾਣ ਕਰਾਉਂਦਿਆਂ ਕੇਵਲ ਇੰਨਾ ਹੀ ਕਿਹਾ, ਇਹ ਮੇਰਾ ਬਚਪਨ ਦਾ ਬੜਾ ਗੂੜਾ ਦੋਸਤ ਹੈ। ਅਗਲੇ ਦਿਨ ਉਹ ਜਿੱਧਰ ਗਿਆ ਉਹਦਾ ਕੰਮ ਹੋਈ ਗਿਆ। ਇਹ ਉਸ ਮੁੱਖ ਮੰਤਰੀ ਦੀ ਕੰਮ ਕਰਨ ਦੀ ਜੁਗਤ ਸੀ। ਅਗਲੀ ਕਹਾਣੀ। ਇੱਕ ਵਿਅਕਤੀ ਸ਼ਹਿਰ ਦੇ ਦੂਜੇ ਪਾਸੇ ਆਪਣੇ ਸਾਥੀਆਂ ਨੂੰ ਮਿਲਣ ਜਾ ਰਿਹਾ ਸੀ। ਉਹ ਚੱਲਿਆ ਹੀ ਦੇਰ ਨਾਲ ਸੀ। ਗਰਮੀ ਵੀ ਬੜੀ ਸੀ। ਉਹ ਟੁਰਦਾ ਟੁਰਦਾ ਥੱਕ ਗਿਆ ਸੀ ਤੇ ਪਿਆਸ ਲੱਗੀ ਹੋਈ ਸੀ। ਗਰਮੀ ਤੇ ਥਕਾਵਟ ਕਾਰਨ ਉਹਨੇ ਸੋਚਿਆ, ਮੈਂ ਆਪਣੇ ਸਾਥੀਆਂ ਨੂੰ ਕਿਉਂ ਮਿਲਣ ਜਾ ਰਿਹਾ, ਇਹ ਤਾਂ ਕਦੇ ਮਿਲਣ ਆਏ ਹੀ ਨਹੀਂ। ਪਿਛਲੇ ਹਫ਼ਤੇ ਹੀ ਤਾਂ ਮੈਂ ਉਹਨਾਂ ਨੂੰ ਮਿਲਿਆ ਸੀ।
ਇਹਨਾਂ ਸੋਚਾਂ ਨਾਲੋਂ ਬੇਧਿਆਨਾ ਹੋ ਕੇ ਟੁਰ ਰਿਹਾ ਸੀ। ਅਚਾਨਕ ਉਹਨੂੰ ਠੁੱਡਾ ਲੱਗਾ, ਪੈਰ 'ਤੇ ਸੱਟ ਲੱਗ ਗਈ ਸੀ। ਵੇਖਿਆ ਇੱਕ ਪੱਥਰ ਸੀ। ਪੱਥਰ ਨੇ ਰਸਤਾ ਰੋਕਿਆ ਹੋਇਆ ਸੀ। ਇਹ ਪੱਥਰ ਕਿੱਥੋਂ ਆ ਗਿਆ? ਇਹ ਜ਼ਰੂਰ ਮੇਰੇ ਦੁਸ਼ਮਣਾਂ ਨੇ ਰੱਖਿਆ ਹੋਏਗਾ। ਉਹ ਚਾਹੁੰਦੇ ਹਨ ਕਿ ਮੈਨੂੰ ਠੁੱਡਾ ਲੱਗੇ ਤੇ ਮੈਂ ਡਿੱਗ ਕੇ ਮਰ ਜਾਵਾਂ। ਉਹਨੂੰ ਲੱਗਿਆ ਪੱਥਰ ਨੇ ਉਹਦਾ ਸਾਰਾ ਰਾਹ ਰੋਕਿਆ ਹੋਇਆ ਸੀ। ਉਹਦੀ ਇਸ ਸੋਚ ਕਾਰਨ ਉਹ ਪੱਥਰ ਹੋਰ ਵੱਡਾ ਹੋ ਗਿਆ ਸੀ ਤੇ ਪੱਥਰ ਬੜਾ ਕੋਝਾ ਲੱਗ ਰਿਹਾ ਸੀ। ਉਹ ਪੱਥਰ ਉਹਨੂੰ ਆਪਣੇ ਤੇ ਹੱਸ ਰਿਹਾ ਪ੍ਰਤੀਤ ਹੋਇਆ। ਪੈਰ ਦੀ ਸੱਟ ਕਾਰਨ ਉਹ ਭੁੱਲ ਹੀ ਗਿਆ ਕਿ ਉਹ ਕਿੱਥੇ ਜਾ ਰਿਹਾ ਸੀ। ਉਹ ਆਪਣੇ ਗੁਆਂਢੀ ਨੂੰ ਕੋਸ ਰਿਹਾ ਸੀ। ਉਹਨੂੰ ਲੱਗ ਰਿਹਾ ਸੀ ਉਹ ਆ ਕੇ ਪੱਥਰ ਰੱਖ ਗਿਆ ਹੋਏਗਾ। ਉਹ ਗੁੱਸੇ ਵਿੱਚ ਗੁਆਂਢੀ ਨੂੰ ਗਾਲਾਂ ਕੱਢ ਰਿਹਾ ਸੀ। ਇੱਕ ਜਾਣੂ ਇਸਤਰੀ ਉੱਥੋਂ ਲੰਘੀ। ਉਹਨੇ ਸਾਰੀ ਗੱਲ ਉਸ ਇਸਤਰੀ ਨੂੰ ਸੁਣਾਈ। ਇਸਤਰੀ ਨੇ ਉਹ ਪੱਥਰ ਚੁੱਕ ਕੇ ਇੱਕ ਪਾਸੇ ਸੁੱਟ ਦਿੱਤਾ। ਉਹ ਵਿਅਕਤੀ ਹੈਰਾਨ ਹੋ ਕੇ ਪੁੱਛ ਰਿਹਾ ਸੀ, ਇਹ ਪੱਥਰ ਇੰਨਾ ਛੋਟਾ ਕਿਵੇਂ ਹੋ ਗਿਆ? ਇਸਤਰੀ ਨੇ ਕਿਹਾ, ਇਹ ਤਾਂ ਛੋਟਾ ਹੀ ਸੀ, ਪਰ ਤੇਰੀ ਨਫ਼ਰਤ, ਸੰਕੀਰਨਤਾ, ਗਾਲਾਂ ਤੇ ਗੁੱਸੇ ਨੇ ਇਹ ਵੱਡਾ ਬਣਾ ਦਿੱਤਾ ਸੀ। ਅਗਲੀ ਘਟਨਾ। ਇੱਕ ਪਿੰਡ ਦੇ ਸਕੂਲ ਦਾ ਇੱਕ ਵਿਦਿਆਰਥੀ ਅਮਰੀਕਾ 'ਚ ਪ੍ਰਸਿੱਧ ਡਾਕਟਰ ਵਜੋਂ ਸਫਲ ਤੇ ਖੁਸ਼ਹਾਲ ਹੋ ਕੇ ਪਿੰਡ ਦੇ ਸਕੂਲ ਦੇ ਆਪਣੇ ਅਧਿਆਪਕ ਸ਼ੀਸ਼ਾ ਸਿੰਘ ਨੂੰ ਮਿਲਣ ਆਇਆ। ਪਤਾ ਲੱਗਾ ਮਾਸਟਰ ਜੀ 5 ਸਾਲ ਪਹਿਲਾਂ ਆਪਣੇ ਘਰੋਂ ਚਲੇ ਗਏ ਸਨ। ਸਰਪੰਚ ਨੂੰ ਮਿਲਿਆ, ਜਿਹਨੇ ਦੱਸਿਆ ਮਾਸਟਰ ਜੀ ਦੀ 15 ਏਕੜ ਜ਼ਮੀਨ ਸੀ। ਉਹਨਾਂ ਨੇ ਵੱਡਾ ਘਰ ਪਾਇਆ ਸੀ, ਪਰ ਉਹਨਾਂ ਨੂੰ ਉਸ ਘਰ 'ਚ ਕਿਸੇ ਨੇ ਰਹਿਣ ਨਾ ਦਿੱਤਾ। ਇਕਲੌਤਾ ਅਨਪੜ੍ਹ ਪੁੱਤਰ ਲੋਕਾਂ ਸਾਹਮਣੇ ਪਿਤਾ ਦੀ ਬੇਇੱਜ਼ਤੀ ਕਰ ਦਿੰਦਾ ਸੀ ਤੇ ਉਸ ਤੋਂ ਮੁਜਾਰਿਆਂ ਵਾਂਗ ਕੰਮ ਕਰਵਾਉਂਦਾ ਸੀ। ਪੋਤੇ ਦਾਦੇ ਦੀ ਪੱਗ ਲਾਹ ਦਿੰਦੇ ਸਨ। ਨੂੰਹ ਸਹੁਰੇ ਨੂੰ ਰੋਟੀ ਦੇਣੀ ਭੁੱਲ ਜਾਂਦੀ ਸੀ। ਬਾਹਰੋਂ ਆਇਆ ਡਾਕਟਰ ਮਾਸਟਰ ਜੀ ਲਈ ਕਈ ਚੀਜ਼ਾਂ ਲਿਆਇਆ ਸੀ। ਉਹ ਮਾਸਟਰ ਜੀ ਦੀ ਸਲਾਹ ਨਾਲ ਪਿੰਡ ਲਈ ਕੁਝ ਕਰਨਾ ਚਾਹੁੰਦਾ ਸੀ। ਉਹ ਪ੍ਰਾਇਮਰੀ ਸਕੂਲ ਨੂੰ ਹਾਈ ਸਕੂਲ ਬਣਵਾਉਣਾ ਚਾਹੁੰਦਾ ਸੀ। ਪਤਾ ਲੱਗਿਆ ਸ਼ੀਸ਼ਾ ਸਿੰਘ ਦੇ ਸੇਵਾ ਮੁਕਤ ਹੋਣ ਕਾਰਨ ਸਕੂਲ ਬੰਦ ਹੋਣ ਕਿਨਾਰੇ ਸੀ। ਡਾਕਟਰ ਇਹ ਸਭ ਸੁਣ ਕੇ ਸੁੰਨ ਹੋ ਗਿਆ। ਬਿਨਾਂ ਕੁਝ ਬੋਲੇ ਭਰੀਆਂ ਹੋਈਆਂ ਅੱਖਾਂ ਨਾਲ ਵਾਪਸ ਚਲਾ ਗਿਆ। ਡਾਕਟਰ ਨੇ ਕੱਲ ਯੁੱਗ ਦੀਆਂ ਜਿਹੜੀਆਂ ਕਥਾਵਾਂ ਤੇ ਨਿਸ਼ਾਨੀਆਂ ਸੁਣੀਆਂ ਸਨ, ਉਹ ਉਸ ਪਿੰਡ 'ਚ ਪ੍ਰਤੱਖ ਵਿਖਾਈ ਦੇ ਰਹੀਆਂ ਸਨ। ਅਗਲਾ ਵੇਰਵਾ। ਬਿਨਾਂ ਕਿਸੇ ਕਾਰਨ ਕਿਸੇ 'ਤੇ ਸ਼ੱਕ ਕਰਨਾ ਠੀਕ ਨਹੀਂ ਹੁੰਦਾ। ਸਾਡੀ ਆਦਤ ਵਿਸ਼ਵਾਸ ਕਰਨ ਵਾਲੀ ਹੋਣੀ ਚਾਹੀਦੀ ਹੈ, ਪਰ ਹੈ ਇਹ ਸ਼ੱਕ ਕਰਨ ਵਾਲੀ। ਸਮੁੰਦਰ ਦੇ ਕਿਨਾਰੇ ਇੱਕ ਪਰਿਵਾਰ ਪਿਕਨਿਕ ਮਨਾ ਰਿਹਾ ਸੀ। ਬੱਚੇ ਪਾਣੀ ਦੀਆਂ ਛੱਲਾਂ ਨਾਲ ਖੇਡ ਰਹੇ ਸਨ। ਚਿੱਟੇ ਵਾਲਾਂ ਤੇ ਚੰਗੇ ਨੈਣ ਨਕਸ਼ਾਂ ਵਾਲੀ ਇੱਕ ਇਸਤਰੀ ਇੱਕ ਥੈਲੇ 'ਚ ਕੁਝ ਚੁੱਕ ਕੇ ਪਾਉਂਦੀ ਹੋਈ ਉਹਨਾਂ ਵੱਲ ਆਈ। ਮਾਪਿਆਂ ਨੇ ਬੱਚਿਆਂ ਨੂੰ ਬੁਲਾ ਕੇ ਕਿਹਾ ਉਸ ਔਰਤ ਦੇ ਨੇੜੇ ਨਾ ਜਾਣ। ਉਹ ਇਸਤਰੀ ਨੇੜੇ ਆਈ। ਉਹਨੇ ਪਰਿਵਾਰ ਵੱਲ ਵੇਖਿਆ, ਮੁਸਕਰਾਈ, ਪਰ ਪਰਿਵਾਰ ਨੇ ਜਾਣ-ਬੁੱਝ ਕੇ ਉਸ ਵੱਲ ਕੋਈ ਧਿਆਨ ਨਾ ਦਿੱਤਾ। ਉਹ ਜਿਵੇਂ ਦੂਰੋਂ ਆਈ ਸੀ ਉਵੇਂ ਦੂਰ ਚਲੀ ਗਈ। ਕੁਝ ਦਿਨਾਂ ਮਗਰੋਂ ਇੱਕ ਹੋਟਲ ਵਿੱਚ ਇੱਕ ਕਿੱਟੀ ਪਾਰਟੀ ਵਿੱਚ ਉਸ ਇਸਤਰੀ ਦੀ ਗੱਲ ਚੱਲ ਪਈ। ਪਤਾ ਲੱਗਿਆ ਉਹ ਵਿਧਵਾ ਇਸਤਰੀ ਇੱਕ ਸਕੂਲ 'ਚ ਅਧਿਆਪਿਕਾ ਸੀ। ਉਹ ਸਮੁੰਦਰ ਦੇ ਕਿਨਾਰੇ ਕੱਚ ਦੇ ਟੁਕੜੇ ਚੁੱਕਦੀ ਰਹਿੰਦੀ ਸੀ ਤਾਂ ਕਿ ਬੱਚਿਆਂ ਦੇ ਪੈਰਾਂ 'ਚ ਨਾ ਲੱਗਣ, ਉਹਨਾਂ ਨੂੰ ਜ਼ਖਮੀ ਨਾ ਕਰਨ, ਕਿਉਂਕਿ ਉਹਦੇ ਆਪਣੇ ਇਕਲੌਤੇ ਬੱਚੇ ਦੀ ਸਮੁੰਦਰ ਦੇ ਉਸ ਕਿਨਾਰੇ 'ਤੇ ਕੱਚ ਚੁਭਣ ਨਾਲ ਮੌਤ ਹੋ ਗਈ ਸੀ। ਅਗਲੀ ਕਹਾਣੀ। ਪਿਆਰ, ਸਨਮਾਨ, ਅਪਮਾਨ ਤੋਂ ਮੁਕਤ ਹੁੰਦਾ ਹੈ। ਇੱਕ ਵਾਰੀ ਕ੍ਰਿਸ਼ਨ ਦਾ ਸਿਰ ਦਰਦ ਕਰਨ ਲੱਗ ਪਿਆ। ਉਹਨੇ ਆਪ ਹੀ ਕਿਹਾ ਕਿ ਇਹ ਮੇਰੇ ਸ਼ਰਧਾਲੂਆਂ ਦੇ ਚਰਨਾਂ ਦੀ ਧੂੜ ਮਲਣ ਨਾਲ ਠੀਕ ਹੋਏਗਾ। ਨਾਰਦ ਜੀ ਸ਼ਰਧਾਲੂ ਪੰਡਤਾਂ ਕੋਲ ਗਏ ਤੇ ਉਹਨਾਂ ਦੇ ਚਰਨਾਂ ਦੀ ਧੂੜ ਮੰਗੀ। ਕਿਸੇ ਨੇ ਵੀ ਨਾ ਦਿੱਤੀ ਤੇ ਕਿਹਾ ਜੇ ਕ੍ਰਿਸ਼ਨ ਨੇ ਸਾਡੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਮਲੀ ਤਾਂ ਅਸੀਂ ਪਾਪ ਦੇ ਭਾਗੀ ਹੋਵਾਂਗੇ। ਨਾਰਦ ਗੋਪੀਆਂ ਕੋਲ ਗਿਆ ਤੇ ਦੱਸਿਆ ਕਿ ਕ੍ਰਿਸ਼ਨ ਦੇ ਸਿਰ ਦਰਦ ਨੂੰ ਦੂਰ ਕਰਨ ਲਈ ਉਹਨਾਂ ਦੇ ਚਰਨਾਂ ਦੀ ਧੂੜ ਚਾਹੀਦੀ ਹੈ। ਗੋਪੀਆਂ ਉਸੇ ਵੇਲੇ ਝੁੱਕ ਕੇ ਇੱਕ ਦੂਜੀ ਦੇ ਚਰਨਾਂ ਦੀ ਧੂੜ ਇਕੱਠੀ ਕਰਨ ਲੱਗ ਪਈਆਂ। ਉਹ ਧੂੜ ਇਕੱਠੀ ਕਰਦੀਆਂ ਗਾ ਰਹੀਆਂ ਸਨ, ਸਭ ਕੁਝ ਕ੍ਰਿਸ਼ਨ ਦਾ ਹੈ, ਧੂੜ ਵੀ ਕ੍ਰਿਸ਼ਨ ਦੀ ਹੈ, ਅਸੀਂ ਵੀ ਕ੍ਰਿਸ਼ਨ ਦੀਆਂ। ਜਦੋਂ ਦਾ ਕ੍ਰਿਸ਼ਨ ਗੋਕੁਲ ਗਿਆ ਸੀ, ਉਹਦੇ ਦਰਸ਼ਨਾਂ ਲਈ ਵਿਆਕੁਲ ਹੋ ਰਹੀਆਂ ਸਨ। ਉਹ ਚਰਨ ਧੂੜ ਦੇ ਥਾਲਾਂ ਨਾਲ ਨੱਚਦੀਆਂ ਗਾਉਂਦੀਆਂ ਕਹਿ ਰਹੀਆਂ ਸਨ, ਸਾਡਾ ਮਨ, ਸਾਡਾ ਸਰੀਰ ਕ੍ਰਿਸ਼ਨ ਕੋਲ ਹੈ। ਜਾਵੇ ਜਾ ਨਾਰਦ, ਅਸੀਂ ਆਪਣੇ ਹੱਥਾਂ ਨਾਲ ਕ੍ਰਿਸ਼ਨ ਦੇ ਮੱਥੇ ਆਪਣੀ ਚਰਨ ਧੂੜ ਲਾਵਾਂਗੀਆਂ।
ਕੀ ਪਸ਼ੂ ਵੀ ਪਿਆਰ ਕਰਦੇ ਹਨ? ਪਿਆਰ ਦੇ ਅਰਥ ਹਰ ਨਸਲ ਤੇ ਹਰ ਜੀਵ ਲਈ ਵੱਖਰੇ ਹੁੰਦੇ ਹਨ। ਪਸ਼ੂਆਂ ਵਿੱਚ ਵੀ ਪਿਆਰ ਕਰਨ ਦੀਆਂ ਬੜੀਆਂ ਅਦਭੁਤ ਮਿਸਾਲਾਂ ਮਿਲਦੀਆਂ ਹਨ। ਦੋ ਬਿੱਲੀਆਂ ਦਾ ਆਪਸ 'ਚ ਬੜਾ ਪਿਆਰ ਸੀ। ਉਹ ਹਰ ਥਾਂ ਹਰ ਵੇਲੇ ਇਕੱਠੀਆਂ ਰਹਿੰਦੀਆਂ ਸਨ। ਜਦੋਂ ਵੀ ਕਿਧਰੇ ਜਾਂਦੀਆਂ ਅੱਗੇ ਪਿੱਛੇ ਹੋ ਕੇ ਜਾਂਦੀਆਂ। ਜੋ ਖਾਂਦੀਆਂ ਰਲ ਕੇ ਵੰਡ ਕੇ ਖਾਂਦੀਆਂ ਸਨ। ਉਂਝ ਉਹ ਬੜੀਆਂ ਖੂੰਖਾਰ ਸਨ, ਕਿਸੇ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੀਆਂ, ਪਰ ਇੱਕ ਦੂਜੀ ਦੀ ਪੂਰੀ ਰੱਖਿਆ ਕਰਦੀਆਂ ਸਨ। ਇੱਕ ਇਸਤਰੀ ਨੇ ਆਪਣੇ ਘਰ 'ਚ ਚੂਹਿਆਂ ਕਾਰਨ ਉਹਨਾਂ ਨੂੰ ਰੱਖ ਲਿਆ। ਰੱਖਣਾ ਤਾਂ ਇੱਕ ਬਿੱਲੀ ਨੂੰ ਚਾਹੁੰਦੀ ਸੀ, ਪਰ ਦੋਹਾਂ ਦੇ ਸਲੀਕੇ ਤੋਂ ਪ੍ਰਭਾਵਿਤ ਹੋ ਕੇ ਉਹਨੇ ਦੋਵੇਂ ਰੱਖ ਲਈਆਂ। ਕੁਝ ਦਿਨਾਂ 'ਚ ਹੀ ਉਹਨੂੰ ਮਹਿਸੂਸ ਹੋਇਆ ਕਿ ਇੱਕ ਬਿੱਲੀ ਅੰਨ੍ਹੀ ਸੀ, ਪਰ ਪਤਾ ਨਹੀਂ ਸੀ ਲੱਗਦਾ ਕਿ ਕਿਹੜੀ ਅੰਨ੍ਹੀ ਸੀ। ਉਹਨਾਂ ਦੇ ਆਪਸੀ ਪਿਆਰ ਨੇ ਪਤਾ ਹੀ ਨਾ ਲੱਗਣ ਦਿੱਤਾ ਕਿ ਕਿਹੜੀ ਅੰਨ੍ਹੀ ਸੀ। ਅਗਲੀ ਘਟਨਾ। ਇੱਕ ਸਭਾ 'ਚ ਬੁੱਧ ਨੇ ਪ੍ਰਵਚਨ ਕਰਦਿਆਂ ਇੱਕ ਫੁੱਲ ਵਿਖਾਇਆ। ਹਰ ਕਿਸੇ ਨੇ ਆਪਣੇ ਢੰਗ ਨਾਲ ਉਸ ਫੁੱਲ ਦੀ ਵਿਆਖਿਆ ਕੀਤੀ। ਹਰ ਕਿਸੇ ਦਾ ਤਰਕ ਤੇ ਸਿਧਾਂਤ ਵੱਖਰਾ ਸੀ। ਇੰਨੇ 'ਚ ਮਹਾਕਸ਼ਪ ਨਾਂ ਦਾ ਵਿਅਕਤੀ ਉੱਠਿਆ। ਉਹ ਬੋਲਿਆ ਕੁਝ ਨਾ, ਕੇਵਲ ਮੁਸਕਰਾਇਆ। ਬੁੱਧ ਨੇ ਕਿਹਾ, ਤੂੰ ਇਹਨੂੰ ਠੀਕ ਸਮਝਿਆ। ਫੁੱਲ ਉਹਨੂੰ ਦੇ ਦਿੱਤਾ। ਉਹਦੀ ਮੁਸਕਰਾਹਟ ਵਿੱਚ ਖੇੜਾ ਸੀ। ਉਹਨੇ ਫੁੱਲ ਨੂੰ ਪ੍ਰਸੰਨਤਾ ਤੇ ਪ੍ਰਸ਼ੰਸਾ ਦੀ ਭਾਵਨਾ ਨਾਲ ਵੇਖਿਆ ਸੀ। ਉਹ ਫੁੱਲ ਨਾਲ ਇਕਸੁਰ ਹੋ ਗਿਆ ਸੀ। ਉਹ ਖਿੜ ਗਿਆ ਸੀ। ਉਹਨੇ ਫੁੱਲ ਦੀ ਬੋਲੀ 'ਚ ਕੇਵਲ ਮੁਸਕਰਾਹਟ ਨਾਲ ਆਪਣੀ ਗੱਲ ਦੱਸੀ ਸੀ। ਅਗਲੀ ਘਟਨਾ। ਜਦੋਂ ਕੋਈ ਰਿਵਾਜ਼ ਬਾਰ-ਬਾਰ ਵਿਘਨ ਪਾਵੇ, ਉਹ ਤਿਆਗ ਦਿੱਤਾ ਜਾਂਦਾ ਹੈ। ਇੱਕ ਲੜਕੀ ਦਾ ਵਿਆਹ ਹੋਣਾ ਸੀ। ਵਿਆਹ ਤੋਂ ਕੁਝ ਦਿਨ ਪਹਿਲਾਂ ਅਚਾਨਕ ਉਹਦੀ ਨਾਨੀ ਮਰ ਗਈ। ਬਜ਼ੁਰਗ ਜਨਾਨੀਆਂ ਨੇ ਕਿਹਾ, ਬਦਸ਼ਗਨੀ ਹੋ ਗਈ ਹੈ, ਸੋ ਵਿਆਹ 1 ਸਾਲ ਅੱਗੇ ਪਾ ਦਿੱਤਾ ਗਿਆ। ਅਗਲੇ ਸਾਲ ਵਿਆਹ ਤੋਂ ਪਹਿਲੇ ਹਫ਼ਤੇ ਦਾਦਾ ਜੀ ਗੁਜ਼ਰ ਗਏ। ਬਜ਼ੁਰਗਾਂ ਨੇ ਕਿਹਾ, ਬਦਸ਼ਗਨੀ ਹੋ ਗਈ ਹੈ, ਵਿਆਹ 1 ਸਾਲ ਹੋਰ ਮੁਲਤਵੀ ਹੋ ਗਿਆ। ਅਗਲੇ ਸਾਲ ਵਿਆਹ ਤੋਂ 1 ਮਹੀਨਾ ਪਹਿਲਾਂ ਤਾਈ ਗੁਜ਼ਰ ਗਈ। ਇਸ ਵਾਰੀ ਕਿਸੇ ਨੇ ਵਿਆਹ ਮੁਲਤਵੀ ਕਰਨ ਦੀ ਗੱਲ ਨਾ ਕੀਤੀ, ਸਗੋਂ ਸਾਰਿਆਂ ਨੇ ਕਿਹਾ, ਦੁੱਖ ਸੁੱਖ ਤਾਂ ਲੱਗੇ ਰਹਿੰਦੇ ਹੈ, ਸੰਸਾਰ ਵੀ ਚੱਲਦਾ ਰਹਿੰਦਾ ਹੈ। ਦੋਹਾਂ ਧਿਰਾਂ ਦੇ ਸਹਿਯੋਗ ਨਾਲ ਵਿਆਹ ਹੋ ਗਿਆ। ਧੰਨਵਾਦ।